ਵੈਕਸੀਨੇਸ਼ਨ ਦਾ ਸ਼ਡਿਊਲ। ਵੈਕਸੀਨ ਕੀ ਚੀਜ਼ ਹੁੰਦੀ ਆ, ਡਵਰਮਿੰਗ ਕੀ ਚੀਜ਼ ਹੁੰਦੀ ਆ। ਇਹ ਮੈਡੀਸਨਾਂ ਉਹ ਮੈਡੀਸਨਾਂ ਵਾ ਜਿਹੜੀਆਂ ਬੱਕਰੀ ਲਈ ਇੰਤਹਾਈ ਮੁਫੀਦ ਆ, ਇੰਤਹਾਈ ਫਾਇਦੇਮੰਦ ਆ, ਔਰ ਇਹ ਮੌਸਮੀ ਲਿਹਾਜ਼ ਨਾਲ ਕਿੱਦਾਂ ਕਿੱਦਾਂ ਦੇਣੀਆਂ ਚਾਹੀਦੀਆਂ, ਕਿੰਨੀ ਕਿੰਨੀ ਡੋਜ਼ ਦੇਣੀ ਚਾਹੀਦੀ ਹੈ। ਅੱਛਾ ਜੀ, ਗੱਲ ਕਰਦੇ ਹਾਂ ਪਹਿਲੇ ਡਵਰਮਿੰਗ ਦੀ ਵੀ ਡਵਰਮਿੰਗ ਕੀ ਚੀਜ਼ ਆ। ਡਵਰਮਿੰਗ ਮੇਰੇ ਵੀਰੋ ਜਿਹੜੀ ਚੀਜ਼ ਆ ਉਹ ਇੱਕ ਪੇੜ ਦੇ ਕੀੜਿਆਂ ਦੀ ਦਵਾਈ ਆ। ਉਹ ਪੇੜ ਦੇ ਕੀੜਿਆਂ ਦੀ ਵਜ੍ਹਾ ਤੋਂ ਬੱਕਰੀ ਕਮਜ਼ੋਰ ਹੋ ਜਾਂਦੀ ਆ, ਜਿਹਦੀ ਵਜ੍ਹਾ ਤੋਂ ਫਿਰ ਬੱਕਰੀ ਦਾ ਜਿਗਰ ਵੀ ਖੂਨ ਘੱਟ ਪੈਦਾ ਕਰਦਾ। ਉਹ ਜਿਹੜੀ ਡਵਰਮਿੰਗ ਆ ਉਹ ਦੇਣ ਦੀ ਵਜ੍ਹਾ ਦੇ ਨਾਲ ਬੱਕਰੀ ਦੇ ਜਿਹੜੇ ਪੇਟ ਦੇ ਕੀੜੇ ਆ, ਜਿੱਦਾਂ ਆਪਾਂ ਇਨਸਾਨਾਂ ਨੂੰ ਦਿੰਨੇ ਆ, ਬੱਚਿਆਂ ਨੂੰ ਦਿੰਨੇ ਆ, ਮਿੱਟੀ ਖਾਂਦੇ ਬੱਚੇ ਉਹਨਾਂ ਨੂੰ ਦਿੰਨੇ ਆ, ਤੇ ਉਹੋ ਹੀ ਸੀਨ ਬੱਕਰੀਆਂ ਨਾਲ ਆ। ਜਦੋਂ ਡਵਰਮਿੰਗ ਅਸੀਂ ਕਰ ਦਾਂਗੇ ਸਾਡੀਆਂ ਬੱਕਰੀਆਂ ਠੀਕ ਠਾਕ ਹੋ ਜਾਣਗੀਆਂ, ਜਿਹੜੀ ਵੀ ਖੁਰਾਕ ਪਾਵਾਂਗੇ ਉਹ ਲੱਗੂਗੀ। ਅਗਰ ਮੇਰਾ ਵੀਰ ਕੋਈ ਨਵੀਂ ਬੱਕਰੀ ਲੈ ਕੇ ਆਉਂਦਾ ਮਾਰਕੀਟ ਦੇ ਵਿੱਚੋਂ, ਮੰਡੀ ਦੇ ਵਿੱਚੋਂ ਨਵੀਂ ਬੱਕਰੀ ਲੈ ਕੇ ਆਉਂਦਾ ਵਾ, ਤੇ ਆਣ ਕੇ ਉਹਨੂੰ ਸਭ ਤੋਂ ਪਹਿਲਾਂ ਕਮ ਜ਼ ਕਮ 8 ਤੋਂ 10 ਦਿਨ ਬੱਕਰੀ ਨੂੰ ਕੁਛ ਨਾ ਕਰੇ, ਸਿਰਫ ਪੱਠੇ ਖਾਣ ਦੇਵੇ, ਰੱਜ ਕੇ ਪੱਠੇ ਖਾਵੇ। ਅਗਰ ਰੱਜ ਕੇ ਪੱਠੇ ਨਹੀਂ ਖਾਂਦੀ ਪਈ, ਕੁੱਖ ਨਹੀਂ ਕੱਢਦੀ ਪਈ, ਤਾਂ ਉਹਨੂੰ ਇੱਕ ਆਪਣੇ ਘਰ ਦਾ ਮਸਾਲਾ ਤਿਆਰ ਕਰ ਲਵੋ। ਉਹ ਬੱਕਰੀ ਨੂੰ 2 ਤੋਂ 3 ਚਮਚੀਆਂ ਸ਼ਾਮ ਨੂੰ ਡੇਲੀ ਦਿਓ। ਉਹ ਮਸਾਲਾ ਕੀ ਆ? ਮਸਾਲਾ ਮੇਰੇ ਵੀਰੋ ਇਹ ਆ ਵੀ ਮਸਾਲੇ ਦੇ ਵਿੱਚ ਕਾਲਾ ਲੂਣ ਪਾ ਲਓ, ਜਵੈਣ ਪਾ ਲਓ, ਸੌਂਫ ਪਾ ਲਓ ਤੇ ਗੁੜ ਪਾ ਲਓ। 4 ਚੀਜ਼ਾਂ ਆ, ਇਹਨਾਂ ਨੂੰ ਕੁੱਟ ਲਓ, ਕੁੱਟ ਕੇ ਮਿਕਸ ਕਰਕੇ ਰੱਖ ਲਓ। ਇੱਕ ਫੱਕੀ ਜਿਹੀ ਨਮਾ ਬਣ ਜਾਣੀ ਆ। ਤੇ ਉਹ ਬੱਕਰੀ ਨੂੰ ਸ਼ਾਮ ਦੇ ਟਾਈਮ ਜਦੋਂ ਪੱਠੇ ਛੱਠੇ ਪਾਤੇ, ਸ਼ਾਮ ਨੂੰ ਮਗਰਬ ਦੇ ਟਾਈਮ ਤੁਸੀਂ ਬੱਕਰੀ ਨੂੰ ਲਾਜ਼ਮੀ ਉਹ 2 ਚਮਚੀਆਂ ਜਾਂ 3 ਚਮਚੀਆਂ ਦੇਣੀਆਂ, ਤਾਂ ਕਿ ਬੱਕਰੀ ਨੇ ਉਹਦੀ ਵਜ੍ਹਾ ਦੇ ਨਾਲ ਪੇਟ ਭਰ ਕੇ ਪੱਠੇ ਖਾਣੇ ਤੇ ਪਾਣੀ ਰੱਜ ਕੇ ਪੀਣਾ। ਤੁਸੀਂ 10 ਦਿਨ ਤੋਂ ਬਾਅਦ, 8 ਦਿਨਾਂ ਤੋਂ ਬਾਅਦ ਫਿਰ ਬੱਕਰੀ ਦੀ ਕਰਨੀ ਆ ਡਵਰਮਿੰਗ। ਕਿਉਂਕਿ ਅਗਰ ਆਉਂਦੀ ਦੀ ਕਰ ਦੋਗੇ ਬੱਕਰੀ ਦੀ ਡਵਰਮਿੰਗ, ਤੇ ਮੇਰੇ ਵੀਰੋ ਬੱਕਰੀ ਨੇ, ਕਿਉਂਕਿ ਨਵੇਂ ਥਾਂ ਆਈ ਹੁੰਦੀ, ਉਹਨੇ ਦਿਲ ਨਹੀਂ ਲਾਇਆ ਹੁੰਦਾ, ਇੱਕ ਉਹ ਜਿਹੜੀ ਜ਼ਹਿਰ ਤੁਸੀਂ ਦੇਣੀ ਆ ਉਹਦੇ ਢਿੱਡੇ ਜਾਣੀ ਆ, ਉਹਨੇ ਵੀ ਬੱਕਰੀ ਨੂੰ ਕਮਜ਼ੋਰ ਕਰਨਾ। ਇਸ ਤੋਂ ਮੈਂ ਕਹਿੰਦਾ ਵੀ ਬੱਕਰੀ ਜਦੋਂ ਨਵੀਂ ਲੈ ਕੇ ਆਓ, ਉਹਨੂੰ 8-10 ਦਿਨ ਆਪਦਾ ਘਰ ਕਰ ਲਵੇ, ਬੱਕਰੀ ਆਪਣੀ ਰੂਟੀਨ ਬਣਾ ਲਵੇ, ਜਗ੍ਹਾ ਬਣਾ ਲਵੇ, ਫਿਰ ਉਹਦੀ ਡਵਰਮਿੰਗ ਕਰੋ। ਫਿਰ ਉਹਨੂੰ ਮਸਲਾ ਕੋਈ ਨਹੀਂ, ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ। ਤੇ ਡਵਰਮਿੰਗ ਹਰ 6 ਮਹੀਨੇ ਬਾਅਦ ਡਵਰਮਿੰਗ ਕਰੋ। ਹਰ ਕਮ ਸੇ ਕਮ ਮੈਂ ਕਹਿੰਦਾ ਹਰ 6 ਮਹੀਨੇ ਬਾਅਦ ਡਵਰਮਿੰਗ ਕਰੋ। ਡਾਕਟਰ ਦੀ ਹਦਾਇਤ ਦੇ ਮੁਤਾਬਕ ਕਰੋ। ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਉਹ ਦੇਈਦੀ ਹੁੰਦੀ ਹੈ, ਤੇ ਨਿਹਾਰ ਮੂੰਹ ਦੇਈਦੀ ਹੁੰਦੀ ਹੈ। ਮਤਲਬ ਜਦੋਂ ਸੁਬਹ ਤੁਸੀਂ ਉੱਠਣਾ, ਪਹਿਲੇ ਉਹ ਦੇਣੀ, ਬਾਅਦ ਦੇ ਵਿੱਚ ਬੱਕਰੀ ਨੂੰ ਪੱਠੇ ਪਾਉਣੇ। ਇਹ ਉਹ ਚੀਜ਼ ਆ ਜਿਹੜੀ ਅਗਰ ਤੁਸੀਂ ਬੱਕਰੀ ਨੂੰ ਪੱਠੇ ਪੇਟ ਭਰ ਕੇ ਖਿਲਾਤੇ, ਮੁੜ ਕੇ ਪਲਾਤੀ, ਅਸਰ ਤੇ ਕਰੇਗੀ, ਲੇਕਿਨ 40% ਅਸਰ ਕਰੇਗੀ। ਅਗਰ ਤੁਸੀਂ ਨਿਹਾਰ ਮੇਦੇ ਦਾ ਇਹਦੀ ਡਵਰਮਿੰਗ ਕਰੋਗੇ ਤੇ ਫਿਰ ਕਰੇਗੀ 90% ਕੰਮ। ਤੇ ਪਾਕਿਸਤਾਨ ਦੇ ਵਿੱਚ ਕੋਈ ਐਸੀ ਦਵਾਈ ਨਹੀਂ ਕਿ ਜਿਹੜੀ 100% ਕੰਮ ਕਰਦੀ ਹੋਵੇ। 90 ਮੈਂ ਤਾਂ ਕਿਹਾ। ਅੱਛਾ, ਉਹ ਜਦੋਂ ਵੀ ਤੁਸੀਂ ਕਿਸੇ ਵੈਟਰਨਰੀ ਸਟੋਰ ਤੋਂ ਲੈ ਕੇ ਆਉਣੀ, ਤਾਂ ਡਾਕਟਰ ਨੂੰ ਆਪਣੀ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਦੱਸ ਦੇਣਾ, ਤੇ ਉਹ ਹੁੰਦੀ ਆ 2 ਸੀਸੀ, 3 ਸੀਸੀ, 5 ਸੀਸੀ ਜਾਂ 10 ਸੀਸੀ। ਮਤਲਬ ਉਹ ਡੋਜ਼ ਇੰਨੀ ਦੇਈਦੀ ਆ। ਸਿਰਿੰਜ ਨਾਲ ਤੁਸੀਂ ਉਹ ਈਜ਼ੀਲੀ ਦੇ ਸਕਦੇ ਹੋ, ਆਪ ਘਰ ਵੀ ਦੇ ਸਕਦੇ ਹੋ, ਕੋਈ ਮਸਲਾ ਨਹੀਂ। ਅੱਛਾ ਜੀ, ਦੂਸਰੀ ਗੱਲ ਵੀ ਵੈਕਸੀਨੇਸ਼ਨ ਕੀ ਹੁੰਦੀ ਆ, ਵੈਕਸੀਨਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਤੇ ਕਿਦੋਂ ਲਵਾਈ ਦੀਆਂ। ਮੇਰਾ ਵੀਰ ਵੈਕਸੀਨਾਂ ਜਿਹੜੀਆਂ ਮੇਜਰ ਹੁੰਦੀਆਂ, ਮੇਨ ਹੁੰਦੀਆਂ, ਉਹ 2 ਹੀ ਹੁੰਦੀਆਂ, PTV, PPR। ਵੈਸੇ ਤਾਂ ਬਰਸਾਤ ਦੇ ਮੌਸਮ ਦੇ ਵਿੱਚ ਅਗਰ ਬੱਕਰੀਆਂ ਤੁਹਾਡੀਆਂ ਚਰਾਈ ਤੇ ਜਾਂਦੀਆਂ ਵਾ, ਤੇ ਫਿਰ FMD ਦੀ ਵੀ ਕਰਾ ਲੈਣੀ ਚਾਹੀਦੀ ਆ, ਜਿਹਨੂੰ ਮੂੰਹ ਖੁਰ ਦੀ ਬਿਮਾਰੀ ਵੀ ਕਹਿੰਦੇ ਆ। ਅਗਰ ਬੱਕਰੀਆਂ ਤੁਹਾਡੀਆਂ ਬਾਹਰ ਨਹੀਂ ਜਾਂਦੀਆਂ, ਤੇ ਫਿਰ ਤੁਸੀਂ ਉਹ ਨਾ ਵੀ ਕਰਵਾਓਗੇ, ਉਹਦਾ ਹਰਜ ਕੋਈ ਨਹੀਂ ਹੈ, ਮਸਲਾ ਕੋਈ ਨਹੀਂ ਹੈ। ਲੇਕਿਨ ਇਹ ਹੈ, ਜਦੋਂ ਸਾਨੂੰ ਲੱਭਦੀ ਆ ਜ਼ਿਆਦਾ ਤੋਂ ਜ਼ਿਆਦਾ ਉਹ 20 ਰੁਪਏ ਖਰਚਾ ਪਰ ਜਾਨਵਰ ਆਉਣਾ, ਤੇ ਮੇਰਾ ਖਿਆਲ ਆ ਉਹ ਕਰਾ ਲੈਣੀ ਚਾਹੀਦੀ ਆ। ਅੱਛਾ, ਫਿਰ ਵੈਕਸੀਨੇਸ਼ਨ ਜਿਹੜੀ ਹੁੰਦੀ ਹੈ, ਦੋਗਲੀ ਬੱਕਰੀ ਨੂੰ ਬਹੁਤ ਘੱਟ ਕਰਵਾਉਣੀ ਪੈਂਦੀ ਹੈ। ਜਿਹੜੀ ਦੇਸੀ ਬੱਕਰੀ ਹੁੰਦੀ ਹੈ, ਦੋਗਲੀ ਬੱਕਰੀ ਮਤਲਬ ਹਾਈਟਿਡ ਬੱਕਰੀ ਹੁੰਦੀ ਹੈ, ਉਹ ਤੇ ਬਹੁਤ ਇਹ ਵੈਕਸੀਨਾਂ ਅਟੈਕ ਕਰਦੀਆਂ, ਮਤਲਬ ਬਿਮਾਰੀਆਂ ਅਟੈਕ ਕਰਦੀਆਂ। ਵੈਕਸੀਨਾਂ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਇਹਨਾਂ ਬੱਕਰੀਆਂ ਨੂੰ ਐਡੀ ਕੋਈ ਖਾਸ ਜ਼ਰੂਰਤ ਨਹੀਂ। ਖਾਸ ਕਿ ਮੈਂ 2-2.5 ਸਾਲਾਂ ਤੋਂ ਇਸ ਬੱਕਰੀ ਤੇ ਕੰਮ ਕਰਦਾ ਪਿਆ, ਤੇ ਮੈਂ ਕਸਮ ਵਾਲੀ ਗੱਲ ਆ, ਜੇ ਇੱਕ ਦਿਨ ਵੀ ਇਹਨਾਂ ਨੂੰ ਵੈਕਸੀਨ ਕਰਾਈ ਹੋਵੇ, ਸਿਰਫ ਔਰ ਸਿਰਫ ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਇੱਕ ਬੱਕਰੀ ਨੂੰ ਬੁਖਾਰ ਹੋਇਆ ਸੀ, ਤੇ ਮੈਂ ਇੰਜੈਕਸ਼ਨ ਆਪ ਹੀ ਲਾਤਾ ਸੀਗਾ,
ਸਿਰਫ ਇੱਕ ਇੰਜੈਕਸ਼ਨ ਲਾਇਆ। 2.5 ਸਾਲਾਂ ਦਾ ਦੁਰਾਨੀਆਂ ਦੇਖ ਲਓ, ਇਹਨਾਂ ਬੱਕਰੀਆਂ ਦੀਆਂ ਸਿਹਤਾਂ ਦੇਖ ਲਓ, ਚਮਕਾਂ ਦੇਖ ਲਓ। ਕੋਈ ਡਵਰਮਿੰਗ ਮੈਂ ਕਰਦਾ, ਲੇਕਿਨ ਵੈਕਸੀਨੇਸ਼ਨ ਕੋਈ ਨਹੀਂ ਕੀਤੀ। ਵੈਕਸੀਨੇਸ਼ਨ ਜਿਹੜੀ ਦੋਗਲੀ ਬੱਕਰੀ ਦੂਸਰੀ ਆ, ਉਹਨੂੰ ਮੈਂ ਜ਼ਰੂਰ ਕਰਦਾ। ਕਿਹੜੇ ਟਾਈਮ 'ਚ ਕਰਨੀ ਚਾਹੀਦੀ? ਈਟੀਵੀ ਹੁੰਦੀ ਕੀ ਹੈ ਮੇਰਾ ਵੀਰੋ? ਜਦੋਂ ਇੱਕ ਚਾਰੇ ਤੋਂ ਅਸੀਂ ਦੂਸਰੇ ਚਾਰੇ ਤੇ ਜਾਂਦੇ ਆ, ਉਦੋਂ ਈਟੀਵੀ ਦਾ ਅਟੈਕ ਹੁੰਦਾ। ਮਤਲਬ ਇੱਕ ਚਾਰਾ ਛੱਡ ਕੇ ਜੋ ਦੂਸਰੇ ਚਾਰੇ ਤੇ ਅਸੀਂ ਸ਼ਿਫਟ ਕਰਦੇ ਹਾਂ ਜਾਨਵਰ ਨੂੰ, ਉਦੋਂ ਈਟੀਵੀ ਦਾ ਅਟੈਕ ਹੁੰਦਾ। ਈਟੀਵੀ ਦੀ ਅਟੈਕ ਦੇ ਉਹ ਐਸੀ ਬਿਮਾਰੀ ਆ, ਅਗਰ ਈਟੀਵੀ ਦੇ ਅੱਲਾ ਨਾ ਕਰੇ ਜਾਨਵਰਾਂ ਨੂੰ ਆ ਗਈ ਤਾਂ ਸਮਝ ਲਓ ਵਾੜਿਆਂ ਦੇ ਵਾੜੇ ਖਾਲੀ ਹੋ ਜਾਂਦੇ ਆ। ਉਹਦੀ ਜਦੋਂ ਈਟੀਵੀ ਅਟੈਕ ਕਰਦੀ ਆ ਤੇ ਜਾਨਵਰ ਨੂੰ 5 ਤੋਂ 10 ਮਿੰਟ ਜ਼ਿਆਦਾ ਲੱਗਦੇ, ਜਾਨਵਰ ਐਕਸਪਾਇਰ ਹੋ ਜਾਂਦਾ। ਅੱਛਾ, ਹੁਣ ਕਰੀਏ ਕਿ ਕਿੱਦਾਂ ਬਣਾਈਏ ਇਹ ਸ਼ਡਿਊਲ? ਜਿਹੜਾ ਮੈਂ ਆਪਣਾ ਜ਼ਾਤੀ ਤੌਰ ਤੇ ਸ਼ਡਿਊਲ ਬਣਾਇਆ, ਉਹ ਮੇਰੇ ਵੀਰੋ ਇਹ ਆ ਵੀ ਮੌਸਮ ਬਦਲਦਾ ਵਾ ਮਾਰਚ ਦੇ ਵਿੱਚ, ਮਤਲਬ ਸਰਦੀ ਖਤਮ ਹੋ ਗਈ ਹੁੰਦੀ ਆ, ਅੱਗੋਂ ਗਰਮੀ ਸ਼ੁਰੂ ਹੋ ਰਹੀ ਹੁੰਦੀ ਆ। ਇਹ ਈਟੀਵੀ ਤੇ ਪੀਪੀਆਰ, ਇਹ ਦੋਨੇ ਐਸੀਆਂ ਬਿਮਾਰੀਆਂ ਜਿਹੜੀਆਂ ਇਹ ਵੈਕਸੀਨ ਜੋ ਤੁਸੀਂ ਕਰਾਉਣੀ ਹੈ 6 ਮਹੀਨਿਆਂ ਬਾਅਦ ਕਰਾਉਣੀ ਹੈ। ਸ਼ਡਿਊਲ ਮਤਲਬ ਸਾਲ ਪੂਰਾ ਹੋ ਗਿਆ, ਸ਼ਡਿਊਲ ਇਦਾਂ ਦਾ ਬਣਾ ਲਓ ਵੀ ਸਾਡਾ ਸਾਲ ਕਵਰ ਹੋ ਜਾਵੇ। ਈਟੀਵੀ ਵੈਕਸੀਨ ਕਰਾਈ, ਮਾਰਚ ਦੀ ਕੋਈ ਵੀ ਡੇਟ ਰੱਖ ਲਈਓ। ਮੈਂ ਆਪਣਾ ਜਿਹੜਾ ਸ਼ਡਿਊਲ ਦੱਸਦਾ, ਮਾਰਚ ਦੀ ਮੈਂ 10 ਤਰੀਕ ਤੱਕ ਇੱਕ ਵੈਕਸੀਨ ਕਰ ਦਿੰਦਾ ਈਟੀਵੀ ਦੀ, 10 ਦਿਨਾਂ ਬਾਅਦ ਪੀਪੀਆਰ ਦੀ ਕਰ ਦੇਣਾ ਨਾਲ ਹੀ। ਮਤਲਬ ਇੱਕ ਵੈਕਸੀਨ ਤੋਂ ਦੂਸਰੀ ਵੈਕਸੀਨ ਦਾ ਟਾਈਮ ਜਿਹੜਾ ਦੁਰਾਨੀਆਂ ਵਾ ਉਹ 10 ਦਿਨ ਦਾ ਕਮ ਸੇ ਕਮ ਹੋਣਾ ਚਾਹੀਦਾ, ਕਿ ਤਾਂ ਕਿ ਪਹਿਲੀ ਵੈਕਸੀਨ ਜਾਨਵਰ ਦੇ ਜਿਸਮ ਨਾਲ ਐਡਜਸਟ ਹੋ ਜਾਵੇ, ਫਿਰ ਉੱਤੋਂ ਦੂਸਰੀ ਵੈਕਸੀਨ ਕਰੋ। ਇਹ ਕੰਮ ਨਾ ਕਰ ਬਈਓ ਵੀ ਇੱਕ ਵੈਕਸੀਨ ਅੱਜ ਕਰਾਈ ਆ ਤੇ ਦੂਸਰੀ ਕੱਲ ਨੂੰ ਕਰਾ ਦਿਓ, ਇਹ ਕੰਮ ਨਾ ਕਰ ਬਈਓ। ਅੱਛਾ, ਮਾਰਚ ਦੇ ਵਿੱਚ ਕਰ ਲਈ, ਪੀਪੀਆਰ ਦੀ ਵੀ ਕਰ ਲਈ। ਪੀਪੀਆਰ ਨਾਲ ਕੀ ਹੁੰਦਾ ਜੀ? ਪੀਪੀਆਰ ਨਾਲ ਹੁੰਦਾ ਬੁਖਾਰ, ਨਜ਼ਲਾ, ਖਾਂਸੀ, ਮੂੰਹ ਤੇ ਦਾਣੇ ਨਿਕਲੇ ਹੁੰਦੇ, ਤੇ ਉਹਦੀ ਵਜ੍ਹਾ ਤੋਂ ਜਾਨਵਰ ਕਮਜ਼ੋਰ ਹੁੰਦਾ ਰਹਿੰਦਾ, ਮੋਸ਼ਨ ਲੱਗ ਜਾਂਦੇ, ਜਿਹਨੂੰ ਫਿਰ ਬੱਕਰੀ ਨੂੰ ਬੁਖਾਰ ਹੋ ਜਾਂਦਾ, ਨਮੂਨੀਆ ਜਿਹਨੂੰ ਕਹਿੰਦੇ ਆ। ਇਹ ਹੁੰਦੀ ਆ ਜ਼ਿਆਦਾਤਰ, ਮੋਸਟਲੀ ਹੁੰਦੀ ਹੈ ਇਹ ਪੀਪੀਆਰ ਦਾ ਜਿਹੜਾ ਅਟੈਕ ਹੁੰਦਾ ਵਾ, ਇਹ ਹੁੰਦਾ ਮੋਸਟਲੀ ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ ਅਟੈਕ ਨਹੀਂ ਹੁੰਦਾ। ਲੇਕਿਨ ਇਹਤਿਆਤਨ ਅਸੀਂ ਜਦੋਂ ਖਰਚਾ ਹੀ 20 ਰੁਪਏ, ਅਸੀਂ ਫਿਰ 50,000 60,000 ਦਾ ਜਾਂ 70,000 ਦਾ ਜਾਨਵਰ ਅਸੀਂ ਜ਼ਰੂਰ ਜ਼ਾਇਆ ਕਰਾਉਣਾ, ਅਸੀਂ 20 ਰੁਪਏ ਹੀ ਲਾ ਲਾਂਗੇ ਤਾਂ ਉਹ ਬਿਹਤਰ ਆ। 20 ਰੁਪਏ ਲਾ ਕੇ ਤੁਸੀਂ ਆਪਣਾ ਜਾਨਵਰ ਸੇਵ ਕਰ ਸਕਦੇ ਹੋ, ਬਸ਼ਰਤੇ ਅੱਲਾਹ ਤਾਲਾ ਮਾफ़ करे। ਅੱਲਾਹ ਤਾਲਾ ਐਸੇ ਵੀ ਵਾੜੇ ਦੇਖੇ ਆ, ਐਸੇ ਵੀ ਜਾਨਵਰ ਦੇਖੇ ਜਿਹੜੇ ਵੈਕਸੀਨਾਂ ਦੀ ਵਜ੍ਹਾ, ਵੈਕਸੀਨਾਂ ਵੀ ਹੋਈਆਂ ਲੇਕਿਨ ਬਿਮਾਰੀ ਨੇ ਐਸਾ ਅਟੈਕ ਕੀਤਾ, ਜਾਨ ਹੀ ਨਹੀਂ ਛੱਡੀ, ਜਾਨਵਰ ਐਕਸਪਾਇਰ ਹੁੰਦੇ ਵੀ ਦੇਖੇ ਆ। ਬਸ ਦੁਆ ਕਰਿਆ ਕਰੋ ਅੱਲਾਹ ਤਾਲਾ ਇਹ ਵੈਕਸੀਨੇਸ਼ਨਾਂ ਜਿੰਨੀਆਂ ਵੀ ਆ, ਦਵਾਈਆਂ ਜਿੰਨੀਆਂ ਵੀ ਆ, ਇਹ ਇੱਕ ਹੈਗਾ ਬਹਾਨਾ ਜਾਨਵਰ ਨੂੰ ਸਾਡੇ ਸਿਰਫ ਆਪਣਾ ਜ਼ਹਿਨ ਮੁਤਮਿਨ ਕਰਨ ਦਾ। ਬਾਕੀ ਦੁਆ ਕਰਿਆ ਕਰੋ ਅੱਲਾਹ ਤਾਲਾ ਸਭ ਦੇ ਮਾਲ ਨੂੰ ਤੰਦਰੁਸਤੀ ਦੇਵੇ, ਬਸ ਸਭ ਤੋਂ ਵੱਡੀ ਦੁਆ ਇਹੀ ਆ। ਤੇ ਸਭ ਅੱਲਾ ਹੀ ਬਚਾਵੇ ਤਾਂ ਬਚਾਵੇ, ਹੋਰ ਵੈਕਸੀਨੇਸ਼ਨਾਂ ਨਹੀਂ ਬਚਾ ਸਕਦੀਆਂ, ਲੇਕਿਨ ਇਹਤਿਆਤਨ ਅਸੀਂ ਲਾਉਣੀ ਚਾਹੀਦੀ ਆ। ਦੇਖੋ ਰੱਬ ਨੇ ਸਾਨੂੰ ਜਦੋਂ ਅਕਲ ਦਿੱਤੀ, ਸ਼ਊਰ ਦਿੱਤਾ, ਤੇ ਫਿਰ ਸਾਨੂੰ ਚੀਜ਼ਾਂ ਦਿੱਤੀਆਂ, ਸਾਨੂੰ ਉਹਦਾ ਫਾਇਦਾ ਵੀ ਹਾਸਲ ਕਰਨਾ ਚਾਹੀਦਾ। ਪੀਪੀਆਰ ਦਾ ਨਜ਼ਲਾ ਹੁੰਦਾ, ਖਾਂਸੀ ਹੁੰਦੀ, ਜ਼ੁਕਾਮ ਹੁੰਦਾ, ਮੂੰਹ ਤੇ ਦਾਣੇ ਜਿਹਾ ਨਿਕਲੇ ਹੁੰਦੇ, ਬੁਖਾਰ ਹੋ ਜਾਂਦਾ, ਮੋਸ਼ਨ ਲੱਗ ਜਾਂਦੇ, ਉਹ ਫਿਰ ਜਾਨਵਰ ਆਹਿਸਤਾ ਆਹਿਸਤਾ ਐਕਸਪਾਇਰਲ ਦੀ ਸਾਈਡ ਤੇ ਹੁੰਦਾ ਜਾਂਦਾ। ਮਾਰਚ ਦੇ ਵਿੱਚ ਕਰ ਲਓ ਵੈਕਸੀਨੇਸ਼ਨ, ਮਾਰਚ ਅੱਗੋਂ 6 ਮਹੀਨੇ ਗਿਣ ਲਓ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ। ਅਕਤੂਬਰ ਦੇ ਵਿੱਚ ਮੇਰਾ ਵੀਰ ਗਰਮੀ ਬਿਲਕੁਲ ਖਤਮ ਹੋ ਰਹੀ ਹੁੰਦੀ ਆ, ਤੇ ਸਰਦੀ ਦਾ ਸਟਾਰਟ ਹੋਣਾ ਸ਼ੁਰੂ ਹੁੰਦਾ ਅਕਤੂਬਰ ਦੇ ਵਿੱਚ। ਅਕਤੂਬਰ ਦੀ 1 ਤਰੀਕ ਨੂੰ ਪਹਿਲੀ ਵੈਕਸੀਨੇਸ਼ਨ ਕਰਾ ਦਿਓ, 10 ਤਰੀਕ ਨੂੰ ਦੂਸਰੀ ਵੈਕਸੀਨੇਸ਼ਨ ਕਰਾ ਦਿਓ, ਤੇ ਅੱਲਾ ਦੇ ਹੁਕਮ ਦੇ ਨਾਲ ਤੁਹਾਡੀਆਂ ਸਰਦੀਆਂ ਬਿਹਤਰੀਨ ਆਸਾਨੀ ਨਾਲ ਨਿਕਲਣਗੀਆਂ। ਤੇ ਦੂਸਰੀ ਗੱਲ ਇਹ ਆ, ਵੈਕਸੀਨੇਸ਼ਨ ਕਰਾ ਕੇ ਇਹ ਗੱਲ ਦਿਮਾਗ ਦੇ ਵਿੱਚ ਨਹੀਂ ਰੱਖਣੀ ਵੀ ਸਾਡੀਆਂ ਬੱਕਰੀਆਂ ਤੇ ਸੇਵ ਆ, ਸਾਡੀਆਂ ਬੱਕਰੀਆਂ ਤੇ ਅਟੈਕ ਨਹੀਂ ਹੋ ਸਕਦਾ। ਮੇਰੇ ਵੀਰੋ ਅਟੈਕ ਹੋ ਸਕਦਾ, ਇਹ ਸਿਰਫ ਇੱਕ ਵੈਕਸੀਨੇਸ਼ਨ ਸਿਰਫ ਦਵਾਈ ਆ, ਮੈਡੀਸਨ ਹੀ ਆ, ਬਾਕੀ ਕੁਦਰਤੀ ਕੰਮ ਆ। ਉਹ ਕੁਦਰਤੀ ਅਮਲ ਆ ਜਿਹੜਾ ਅੱਲਾਹ ਪਾਕ ਨੇ ਉੱਤੋਂ ਬਿਮਾਰੀ ਭੇਜਣੀ ਆ, ਇਹ ਨਾ ਤੁਹਾਡੇ ਵੱਸ ਆ, ਨਾ ਮੇਰੇ ਵੱਸ ਆ, ਨਾ ਕਿਸੇ ਡਾਕਟਰ ਦੇ ਵੱਸ ਆ। ਤੇ ਬਸ ਤੁਸੀਂ ਫਿਰ ਸਰਦੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀਦੀ ਹੁੰਦੀ ਆ ਵੀ ਬੱਕਰੀ ਦੀ ਡਾਈਟ ਅੱਛੀ ਤੋਂ ਅੱਛੀ ਹੋ ਜਾਵੇ, ਖੁਰਾਕ ਅੱਛੀ ਤੋਂ ਅੱਛੀ ਹੋ ਜਾਵੇ। ਚਾਰਾ ਜਿਹੜਾ ਅਸੀਂ ਦਿੰਨੇ ਆ ਉਹਦੇ ਵਿੱਚ ਤਬਦੀਲੀ ਲਿਆਓ, ਉਹਦੇ ਵਿੱਚ ਖੁਸ਼ਕੇ 'ਚ ਰੱਖੋ ਬੱਕਰੀ ਨੂੰ,
ਤੇ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਆ ਵੀ ਬੱਕਰੀ ਬਿਲਕੁਲ ਤੰਦਰੁਸਤ ਸੇਫ ਰਹਿੰਦੀ ਆ। ਬਾਕੀ ਜ਼ਿੰਦਗੀ ਮੌਤ ਤੇ ਰੱਬ ਦੇ ਹੱਥ ਆ, ਹੋ ਵੀ ਆ ਵੀ ਸਕਦੀ ਆ, ਮੈਂ ਸ਼ੋਰਟੀ ਨਹੀਂ ਦਿੰਦਾ ਇਸ ਗੱਲ ਦੀ। ਲੇਕਿਨ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਬੰਦਾ ਪ੍ਰੈਕਟੀਕਲ ਤੌਰ ਸਿੱਖਦਾ ਔਰ ਦੱਸਦਾ। ਇਹ ਜਿਹੜੀਆਂ ਬੱਕਰੀਆਂ ਤੁਸੀਂ ਮੇਰੇ ਪਿੱਛੇ ਦੇਖਦੇ ਪਏ ਆ, ਇਹਨਾਂ ਬੱਕਰੀਆਂ ਨੂੰ ਅੱਜ ਤੱਕ ਮੈਂ ਵੈਕਸੀਨੇਸ਼ਨ ਨਹੀਂ ਕਰਾਈ। ਇਹ ਹੁਣ ਪਤਾ ਨਹੀਂ ਮੇਰੀ ਖੁਰਾਕ ਅੱਛੀ ਆ ਬੱਕਰੀਆਂ ਲਈ, ਜਾਂ ਕੋਈ ਅੱਲਾ ਪਾਕ ਦੀ ਤਰਫੋਂ ਇਹ ਇਹਨਾਂ ਤੇ ਕੋਈ ਰਹਿਮਤ ਆ ਵੀ ਬੱਕਰੀਆਂ ਨੂੰ ਇਹਨਾਂ ਨੂੰ ਕੁਛ ਨਹੀਂ ਹੋਇਆ। ਅਗਰ ਕੋਈ ਮਾੜੀ ਮੋਟੀ ਬਿਮਾਰੀ ਆਂਦੀ ਵੀ ਤੇ ਬਿਮਾਰੀ ਦੇ ਖਿਲਾਫ ਲੜ ਜਾਂਦੀਆਂ। ਇਹ ਵੀ ਦੋਗਲੀ ਬੱਕਰੀ ਵੀ, ਇਹ ਵੀ ਦੋਗਲੀਆਂ 'ਚ ਜਾਂਦੀ ਹੈ। ਦੋਗਲੀ ਬੱਕਰੀ, ਟੈਡੀ ਬੱਕਰੀ ਜਿਹੜੀ ਵੀ ਆ ਬਿਮਾਰੀ ਦੇ ਖਿਲਾਫ ਉਹਦੇ ਵਿੱਚ ਕੁਵਤੇ ਮੁਦਾਫਤ ਇਤਨੀ ਜ਼ਿਆਦਾ ਦੂਸਰੀ ਬਜਾਏ ਦੂਸਰੀ ਬੱਕਰੀ ਨਾਲੋਂ। ਤੇ ਮੇਰੇ ਵੀਰੋ ਮੈਂ ਇਸ ਗੱਲ ਤੇ ਰੌਲਾ ਤਾਂ ਪਾਉਂਦਾ ਹੁੰਦਾ ਵੀ ਤੁਸੀਂ ਦੋਗਲੀ ਬੱਕਰੀ ਤੇ ਕੰਮ ਕਰੋ, ਨਾ ਕਿ ਪਿਓਰ ਵਾਲੇ ਪਾਸੇ ਜਾਓ। ਪਿਓਰ ਵਾਲੇ ਪਾਸੇ ਜਾਓਗੇ ਤਾਂ ਅਸੀਂ ਨੁਕਸਾਨ ਉਠਾਵਾਂਗੇ। ਪਿਓਰ ਵਾਲੇ ਪਾਸੇ ਉਹੀ ਬੰਦਾ ਜਾ ਸਕਦਾ ਜਿਹੜਾ ਬੰਦਾ ਐਕਸਪਰਟ ਆ, ਜਿਹੜਾ ਬੰਦਾ ਬਹੁਤ ਸਾਲਾਂ ਤੋਂ ਕੰਮ ਕਰਦਾ ਪਿਆ, ਜਾਨਵਰੋਂ ਕੋ ਕਾਫੀ ਜ਼ਿਆਦਾ ਵਾ। ਅਗਰ ਮੋਰਟੈਲਿਟੀ ਰੇਸ਼ੀਓ ਵੀ ਹੁੰਦੀ ਆ ਉਹਨੂੰ ਮਹਿਸੂਸ ਨਹੀਂ ਹੁੰਦਾ। ਨਵੇਂ ਬੰਦੇ ਲਈ 5 ਬੱਕਰੀਆਂ, ਇੱਕ ਬੱਕਰਾ ਅਗਰ ਫਾਰਮਿੰਗ ਕਰਨਾ ਚਾਹੁੰਦਾ ਰੱਖਦਾ ਵਾ, ਅੱਲਾ ਨਾ ਕਰੇ ਵੈਕਸੀਨੇਸ਼ਨ ਵੀ ਹੋਈ ਆ, ਸਭ ਕੁਝ ਹੀ ਹੋਇਆ, ਤੁਸੀਂ ਹਰ ਚੀਜ਼ ਦਿੱਤੀ ਆ ਤੇ ਬਿਮਾਰੀ ਆ ਗਈ ਤੇ ਤੁਸੀਂ ਕਰ ਕੁਛ ਨਹੀਂ ਸਕਦੇ ਮੇਰਾ ਵੀਰ, ਕਿਉਂਕਿ ਨਵੇਂ ਬੰਦਿਆਂ ਤੁਹਾਨੂੰ ਪ੍ਰੋਟੋਕੋਲ ਹੀ ਨਹੀਂ ਹੁੰਦੇ। ਮਾੜੀ ਬੱਕਰੀ ਤੇ ਕੰਮ ਕਰੋਗੇ, ਮਾੜੀ ਬੱਕਰੀ ਤੇ ਕੰਮ ਕਰੇਗੇ, ਕਮ ਸੇ ਕਮ ਤੁਹਾਨੂੰ ਐਕਸਪੀਰੀਅੰਸ ਹੋ ਜਾਏਗਾ ਵੀ ਅਸੀਂ ਬੱਕਰੀ ਨੂੰ ਸੰਭਾਲਣਾ ਇਦਾਂ। ਫਿਰ ਤੁਸੀਂ ਜਿਸ ਮਰਜ਼ੀ ਬਰੀਡ ਵੱਲ ਜਾ ਸਕਦੇ ਹੋ, ਬੀਤਲ ਵੱਲ ਜਾ ਸਕਦੇ ਹੋ, ਮੱਖੀ ਚੀਨੀ ਵੱਲ ਜਾ ਸਕਦੇ ਹੋ, ਜਿਹੜੀ ਮਰਜ਼ੀ ਲੈ ਲਓ, ਕੋਈ ਬੰਨੂਗੀਰੀ ਕੋਈ ਨਹੀਂ। ਤੇ ਸਰਦੀ ਦੇ ਵਿੱਚ ਜਿਹੜੀ ਖਾਸ ਗੱਲ ਆ ਉਹ ਇਹ ਆ ਮੇਰਾ ਵੀਰ, ਸਰਦੀ ਦੇ ਜਦੋਂ ਮੌਸਮ ਸ਼ੁਰੂ ਹੋ ਜਾਣਾ, ਮਤਲਬ ਦਸੰਬਰ, ਜਨਵਰੀ ਤੇ ਫਰਵਰੀ, 3 ਮਹੀਨੇ ਕੋਸ਼ਿਸ਼ ਇਹ ਕਰਨੀ ਆ ਵੀ ਮਾਰਕੀਟ 'ਚੋਂ ਬੱਕਰੀ ਲਿਆ ਕੇ ਤੁਸੀਂ ਆਪਦੀ ਬੱਕਰੀਆਂ 'ਚ ਨਹੀਂ ਛੱਡਣੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸਰਦੀਆਂ ਦੇ ਵਿੱਚ PPR ਦਾ ਅਟੈਕ ਬਹੁਤ ਹੁੰਦਾ। ਉਹ ਨਾ ਹੋਵੇ। ਤੁਸੀਂ ਜਿਹੜੀ ਮਾਰਕੀਟ 'ਚ ਤੁਹਾਡੀਆਂ ਬੱਕਰੀਆਂ ਮਾਸ਼ਾਅੱਲਾ ਤੰਦਰੁਸਤ ਆ, ਅਗਰ ਤੁਸੀਂ ਬਾਹਰੋਂ ਕਿਤੋਂ ਬੱਕਰੀ ਲੈ ਆਂਦੀ, ETV ਵਾਲੀ PPR ਵਾਲੀ ਕੋਈ ਵੈਕਸੀਨੇਸ਼ਨ ਉਹਨੂੰ ਨਹੀਂ ਹੋਈ, ਉਹਨੂੰ ਅਟੈਕ ਹੋਇਆ ਵਾ ਜਾਂ ਨਹੀਂ ਵੀ ਮੌਕੇ ਤੇ ਹੋਇਆ, ਕਿਉਂਕਿ ਮੰਡੀ ਦੇ ਵਿੱਚ ਬਹੁਤ ਸਾਰੀਆਂ ਬੱਕਰੀਆਂ ਹੁੰਦੀਆਂ, ਜਾਨਵਰ ਦੇ ਨਾਲ ਜਾਨਵਰ ਖੜਾ ਹੁੰਦਾ, ਬਿਮਾਰੀ ਦਾ ਉੱਥੇ ਜ਼ੋਰ ਹੁੰਦਾ, ਉਹ ਬੱਕਰੀ ਇੱਕ ਦੂਸਰੇ ਨਾਲ ਅਟੈਚ ਹੁੰਦੀ ਜਾਂ ਹਵਾ ਦੇ ਜ਼ਰੀਏ ਜਰਾਸੀਮ ਕਨਵਰਟ ਹੁੰਦੇ। ਬੱਕਰੀ ਨੂੰ ਹੋ ਸਕਦਾ ਤੁਸੀਂ ਜਦੋਂ ਘਰ ਲੈ ਕੇ ਆਓ ਤੀਸਰੇ ਦਿਨ ਬੱਕਰੀ ਨੂੰ, ਦੂਸਰੇ ਦਿਨ ਬੱਕਰੀ ਨੂੰ ਉਹ ਅਟੈਕ ਹੋ ਜਾਵੇ PPR ਦਾ। ਜਦੋਂ ਉਹਨੂੰ ਅਟੈਕ ਹੋਇਆ ਆਟੋਮੈਟਿਕਲੀ ਬੱਕਰੀਆਂ ਦੂਸਰੀਆਂ ਨੂੰ ਵੀ ਹੋਣਾ ਹੀ ਹੋਣਾ। ਇਹ ਬਿਮਾਰੀ ਹੈਗੀ ਛੂਤੀ। ਜਿੱਦਾਂ ਆਪਾਂ ਇਨਸਾਨਾਂ ਨੂੰ ਇੱਕ ਘਰ ਦੇ ਵਿੱਚ ਇੱਕ ਬੰਦੇ ਨੂੰ ਨਜ਼ਲਾ ਹੁੰਦਾ ਨਾ, ਤਾਂ ਸਮਝ ਲਓ ਸਾਰਿਆਂ ਨੂੰ ਹੋ ਕੇ ਫੇਰ ਹੀ ਰੁਕਦਾ। ਅਗਰ ਇੱਕ ਨੂੰ ਬੁਖਾਰ ਹੁੰਦਾ ਤਾਂ ਸਾਰਿਆਂ ਨੂੰ ਹੋ ਕੇ ਫੇਰ ਹੀ ਬੁਖਾਰ ਖਤਮ ਹੁੰਦਾ, ਜਿਹੜਾ ਮੌਸਮੀ ਬੁਖਾਰ ਹੁੰਦੇ ਆ। ਇਸੇ ਤਰ੍ਹਾਂ ਬੱਕਰੀਆਂ ਦੇ ਵਿੱਚ ਜਦੋਂ ਵੀ ਅਟੈਕ ਆਇਆ ਤੁਹਾਡੀਆਂ ਸਾਰੀਆਂ ਬੱਕਰੀਆਂ ਤੇ ਆਉਣਾ। ਕੋਸ਼ਿਸ਼ ਇਹ ਕਰਨੀ ਆ, ਅਗਰ ਤੁਹਾਡੇ ਕੋਲ ਜਗ੍ਹਾ ਹੈਗੀ, ਜਿਸ ਬੱਕਰੀ ਨੂੰ PPR ਆਈ ਆ ਉਸ ਬੱਕਰੀ ਨੂੰ ਦੂਸਰੀ ਵੱਖਰੀ ਕਰ ਦਿਓ। ਜਿਸ ਤਰ੍ਹਾਂ ਇਨਸਾਨਾਂ ਦੇ ਵਿੱਚ ਜਦੋਂ ਕਰੋਨਾ ਆਇਆ ਸੀਗਾ, ਜਿਸ ਬੰਦੇ ਨੂੰ ਕਰੋਨਾ ਹੁੰਦਾ ਸੀ ਉਹਨੂੰ ਕਰਤੀਨਾ ਕਰ ਦਿੰਦੇ ਸੀਗੇ, ਵੀ ਉਹਨੂੰ ਅਲੱਗਾ ਕਰ ਦਿੰਦੇ ਸੀ, ਘਰ 'ਚ ਹੀ ਕਰ ਦਿੰਦੇ ਸੀ, ਲੇਕਿਨ ਅਲੱਗ ਕਰ ਦਿੰਦੇ ਸੀ ਤਾਂ ਕਿ ਦੂਸਰੇ ਲੋਕ, ਦੂਸਰੇ ਦੋਸਤ ਜਿਹੜੇ ਹੈਗੇ ਘਰ ਦੇ ਅਫਰਾਦ, ਉਹ ਤੋਂ ਮਸਲਾ ਨਾ ਪੈਦਾ ਹੋਵੇ ਦੂਸਰੇ ਬੰਦੇ ਨੂੰ। ਇਸੇ ਨੂੰ ਹੀ ਬੱਕਰੀ ਸਰਦੀ ਦੇ ਵਿੱਚ ਕੋਸ਼ਿਸ਼, ਤੁਸੀਂ ਵੈਸੇ ਕੋਸ਼ਿਸ਼ ਕਰ ਲਓ ਵੀ ਬੱਕਰੀ ਅਸੀਂ ਮੰਡੀ 'ਚੋਂ ਖਰੀਦਣੀ ਹੀ ਨਹੀਂ। ਅਗਰ ਖਰੀਦਣੀ ਵੀ ਆ ਤੇ ਫਿਰ ਉਹਨੂੰ ਮੇਰਾ ਵੀਰ ਆਉਂਦੀ ਨੂੰ 2 ਦਿਨ 4 ਦਿਨ ਛੱਡ ਕੇ ਤਾਂ ਉਹਦੀ ਵੈਕਸੀਨ ਕਰੋ PPR ਦੀ। ਪਿੱਛੋਂ ਹੋਈ ਆ ਜਾਂ ਨਹੀਂ ਹੋਈ ਤੁਸੀਂ ਕਰ ਦਿਓ, ਆਣ ਕੇ ਬੱਕਰੀਆਂ ਦੇ ਵਿੱਚ ਛੱਡ ਦਿਓ। ਤੇ ਸਰਦੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਡਾਈਟ ਬਹੁਤ ਜ਼ਰੂਰੀ ਆ। ਵੈਕਸੀਨੇਸ਼ਨਾਂ ਨਾਲੋਂ, ਦਵਾਈਆਂ ਨਾਲੋਂ ਬਿਹਤਰ ਆ ਕਿ ਤੁਸੀਂ ਕੋਈ 4000 ਵੱਧ ਖਰਚਾ ਕਰ ਲਓ, ਬੱਕਰੀਆਂ ਦੀ ਡਾਈਟ ਅੱਛੀ ਕਰ ਲਓ। ਦਾਣਾ ਦਿਓ, ਚਨਾ ਦਿਓ, ਮਕਈ ਦਿਓ, ਬਾਜਰਾ ਦਿਓ, ਜਿਹੜੀ ਚੀਜ਼ ਤੁਹਾਨੂੰ ਲੱਭਦੀ ਹੈ ਘਰੋਂ ਉਹ ਦਿਓ, ਬਜਾਏ ਇਸ ਦੇ ਕਿ ਅਸੀਂ ਬਾਜ਼ਾਰੀ ਵੰਡੇ ਪਾਈਏ। ਬਾਜ਼ਾਰੀ ਵੰਡੇ ਪਾਉਣ ਨਾਲ ਤੁਸੀਂ ਆਪਣੇ ਜਿਹੜੇ ਘਰ ਦੇ ਦਾਣੇ ਪਾਉਣੇ ਉਹ ਬਿਹਤਰ ਆ, ਆਪਣੀ ਜਿਹੜੀ ਘਰ ਦੇ ਚਨੇ ਪਾਉਣੇ ਉਹ ਬਿਹਤਰ ਆ। ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿਆਂਗਾ, ਮੈਂ ਆਪਣਾ ਜ਼ਾਤੀ ਵੰਡਾ ਤਿਆਰ ਕਰਦਾ ਤੇ ਅਲਹਮਦੁਲਿਲਾ ਬੱਕਰੀਆਂ ਮਾਸ਼ਾਅੱਲਾ ਸ਼ੌਕ ਨਾਲ ਵੀ ਖਾਂਦੀਆਂ। ਮੈਂ ਆਪਣਾ ਘਰ ਦਾ ਹੀ ਤਿਆਰ ਕਰ ਲੈਂਦਾ, ਉਹਦੇ ਵਿੱਚ ਮੈਂ ਕੋਈ ਐਸੀ ਵੈਸੀ ਸ਼ੈ ਨਹੀਂ ਪਾਉਂਦਾ ਜਿਹਦੇ ਨਾਲ ਬੱਕਰੀਆਂ ਫੁੱਲਣ, ਮੋਟੀਆਂ ਹੋਣ। ਤੇ ਲੇਕਿਨ ਕੁਦਰਤੀ ਤੌਰ ਤੇ ਉਹਦੇ ਵਿੱਚ ਉਹਨਾਂ ਚੀਜ਼ਾਂ ਦੀ ਤਾਕਤ ਹੀ ਇੰਨੀ ਆ ਵੀ ਅਲਹਮਦੁਲਿਲਾ ਬੱਕਰੀਆਂ ਫਿੱਟ ਆ ਮਾਸ਼ਾਅੱਲਾ। ਤੇ ਸਰਦੀਆਂ ਦੇ ਵਿੱਚ ਮੈਂ ਬੱਕਰੀਆਂ ਨੂੰ ਖੁਰਾਕ ਤੇਜ਼ ਕਰ ਦਿੰਦਾ, ਮਾੜੀ ਜਿਹੀ ਥੋੜ੍ਹੀ ਜਿਹੀ ਜ਼ਿਆਦਾ ਕਰ ਦਿੰਦਾ। ਮਤਲਬ ਜੇ ਬੱਕਰੀ ਨੂੰ ਅੱਧ ਪਾ ਪਾਉਂਦਾ ਨਾ ਗਰਮੀਆਂ ਦੇ ਵਿੱਚ, ਤੇ ਬੱਕਰੀ ਨੂੰ ਮੈਂ ਫਿਰ ਕੋਈ ਕਹਿ ਲਓ ਵੀ
ਅੱਧ ਪਾ ਨਾਲੋਂ ਥੋੜੀ ਜ਼ਿਆਦਾ ਕਰ ਦੇਣਾ ਤਾਂ ਕਿ ਬੱਕਰੀ ਸਕੂਨ ਕਰੇ, ਬੱਕਰੀ ਨੂੰ ਬਿਮਾਰੀ ਦਾ ਅਟੈਕ ਨਾ, ਜਿੰਨਾ ਜਦੋਂ ਤੁਹਾਡੇ ਜਾਨਵਰ ਦੇ ਵਿੱਚ ਖੂਨ ਪਾਣੀ ਪੂਰਾ ਤੇ ਬਿਮਾਰੀ ਅੱਲਾ ਦੇ ਹੁਕਮ ਦੇ ਨਾਲ ਅਟੈਕ ਨਹੀਂ ਕਰ ਸਕਦੀ। ਜਿੱਦਾਂ ਮਰਜ਼ੀ ਹੋ ਜਾਵੇ, ਬਸ ਕੁਦਰਤੋਂ ਨਾ ਹੋ ਜਾਵੇ। ਵੈਸੇ ਜਿਹੜੀ ਬਿਮਾਰੀ ਆ ਤੁਸੀਂ ਵੀ ਦੇਖਿਆ ਹੋਣਾ, ਹਰ ਉਸ ਇਨਸਾਨ ਨੂੰ, ਕਮਜ਼ੋਰ ਇਨਸਾਨ ਨੂੰ ਬੁਖਾਰ ਛੇਤੀ ਹੁੰਦਾ ਤੇ ਲੱਥਦਾ ਵੀ ਛੇਤੀ ਨਹੀਂਗਾ। ਜਿਹੜਾ ਜਾਨਦਾਰ ਹੁੰਦਾ, ਹੈਲਦੀ ਬੰਦਾ ਹੁੰਦਾ, ਉਹਨੂੰ ਬੁਖਾਰ ਬਹੁਤ ਘੱਟ ਹੁੰਦਾ ਤੇ ਲੱਥ ਵੀ ਜੇ ਹੋ ਵੀ ਜਾਵੇ ਬਿਲਫਰਜ਼ ਤੋਂ ਲੱਥ ਵੀ ਛੇਤੀ ਜਾਂਦਾ, ਉਤਰ ਵੀ ਛੇਤੀ ਜਾਂਦਾ। ਤੇ ਬੱਕਰੀਆਂ ਦੇ ਵਿੱਚ ਵੀ ਇਦਾਂ ਹੀ ਆ। ਅਗਰ ਕਿਸੇ ਨੂੰ, ਅਗਰ ਬੱਕਰੀਆਂ ਦੇ ਵਿੱਚ ਖੂਨ ਪਾਣੀ ਪੂਰਾ ਵਾ, ਜਿੰਦ ਪੂਰੀ ਆ, ਤੇ ਫਿਰ ਬੱਕਰੀਆਂ ਨੂੰ ਅਟੈਕ ਬਿਮਾਰੀ ਦਾ ਬਹੁਤ ਘੱਟ ਹੁੰਦਾ, ਨਾ ਹੋਇਆ ਵਰਗਾ ਹੁੰਦਾ। ਅੱਜ ਤੋਂ 3 ਸਾਲ ਪਹਿਲਾਂ ਮੇਰੇ ਜਿਹੜਾ ਦੂਸਰਾ ਸੈਟਅਪ ਆ, ਉਹਦੇ ਵਿੱਚ ਸਾਰੀਆਂ ਬੱਕਰੀਆਂ ਨੂੰ ਪੀਪੀਆਰ ਦਾ ਅਟੈਕ ਆਇਆ। ਅੱਲਾ ਦਾ ਸ਼ੁਕਰ ਹੈ ਵੀ ਐਕਸਪਾਇਰ ਕੋਈ ਨਹੀਂ ਹੋਈ, ਲੇਕਿਨ ਅਟੈਕ ਸਾਰੀਆਂ ਬੱਕਰੀਆਂ ਨੂੰ ਆਇਆ। ਇੱਕ ਨਹੀਂ ਆਇਆ ਤੇ ਬਰੀਡਰ ਨੂੰ ਨਹੀਂ ਆਇਆ, ਜਿਹੜਾ ਬੱਕਰਾ ਬੱਕਰੀਆਂ ਦੇ ਵਿੱਚ ਰੱਖਿਆ ਉਹਨੂੰ ਨਹੀਂ ਆਇਆ। ਕਿਉਂ? ਉਹਦੀ ਖੁਰਾਕ ਬੱਕਰੀਆਂ ਦੇ ਨਾਲੋਂ ਮੈਂ ਉਹਦੀ ਖੁਰਾਕ ਅੱਛੀ ਆ। ਮੇਰੇ ਇਸ ਬਰੀਡਰ ਦੀ ਵੀ ਖੁਰਾਕ ਬੱਕਰੀਆਂ ਨਾਲੋਂ ਅੱਛੀ ਆ, ਉਸ ਬਰੀਡਰ ਦੀ ਵੀ ਖੁਰਾਕ ਬੱਕਰੀਆਂ ਨਾਲੋਂ ਅੱਛੀ ਆ। ਉਹਦੀ ਜ਼ਾਹਰੀ ਗੱਲ, ਉਹ ਹੈਲਦੀ ਸੀਗਾ, ਮੋਟਾ ਸੀਗਾ, ਉਹਦੇ ਵਿੱਚ ਕੁਛ ਹੈਗਾ ਸੀਗਾ, ਉਹ ਬਿਮਾਰੀ ਦੇ ਖਿਲਾਫ ਲੜ ਗਿਆ, ਉਹਨੂੰ ਨਹੀਂ ਕੁਛ ਵੀ ਹੋਇਆ। ਇਸ ਤੋਂ ਮੈਂ ਕਹਿਣਾ ਵੀ ਬੱਕਰੀ ਦੀ ਖੁਰਾਕ ਅੱਛੀ ਆ, ਬੱਕਰੀ ਦੀ ਸਿਹਤ ਅੱਛੀ ਆ, ਤੇ ਈਟੀਵੀ ਦੀ ਜਾਂ ਪੀਪੀਆਰ ਦਾ ਤੋਕੀ ਨਹੀਂ ਬਣਦਾ ਬੱਕਰੀ ਦੇ ਨੇੜੇ ਆ ਜਾਵੇ, ਕਿਉਂਕਿ ਉਹਨੇ ਸਹਿਜਣੀ, ਉਹ ਤੇ ਜਿੰਦ ਆ, ਉਹ 'ਚ ਖੂਨ ਆ। ਜਿਹੜੀ ਬੱਕਰੀ ਹੈਗੀ ਕਮਜ਼ੋਰ ਲਾਗਰ ਜੀ ਆ, ਤੇ ਉਹਨੂੰ ਤਾਂ ਫਿਰ ਪੀਪੀਆਰ ਹੋਏਗੀ ਜਾਂ ਈਟੀਵੀ ਹੋ ਗਈ, ਉਹਨੇ ਤਾਂ ਝਟਕਾ ਵੀ ਨਹੀਂ ਸਹਿਣਾ, 2 ਦਿਹਾੜੀਆਂ ਨਹੀਂ ਕੱਢਣੀਆਂ ਉਹਨੇ, ਕਿਉਂਕਿ ਉਹਦੇ ਵਿੱਚ ਤਾਂ ਜਾਨ ਅੱਗੇ ਪੂਰੀ ਸੂਰੀ ਮੰਗਮੀ ਲਈ ਫਿਰਦੀ ਆ। ਤੇ ਇਹ ਅੱਜ ਦੀ ਵੀਡੀਓ ਮੇਰੇ ਵੀਰੋ ਤੁਹਾਡੇ ਇਸ ਫਾਰਮਿੰਗ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਨੀਆਂ ਨੇ। ਅਗਰ ਤੁਸੀਂ ਫਾਰਮਿੰਗ ਕਰਨਾ ਚਾਹੁੰਦੇ ਹੋ, ਫਾਰਮਿੰਗ ਵਾਲੇ ਪਾਸੇ ਆਉਣਾ ਚਾਹੁੰਦੇ ਹੋ, ਤੇ ਫਿਰ ਵੈਕਸੀਨੇਸ਼ਨ ਜਿਹੜੀ ਆ ਇਹ ਬਹੁਤ ਜ਼ਰੂਰੀ ਆ, ਇਹ ਤੁਸੀਂ ਕਰਨੀ ਹੀ ਕਰਨੀ ਆ। ਅਗਰ ਇਦਾਂ ਦੀਆਂ ਬੱਕਰੀਆਂ ਰੱਖੀਆਂ ਜਾਂ ਟੈਡੀ ਰੱਖੀਆਂ, ਫਿਰ ਤਾਂ ਤੁਹਾਡਾ ਗੁਜ਼ਾਰਾ ਹੋ ਸਕਦਾ, ਨਾ ਵੀ ਕਰੋ ਤਾਂ। ਅਗਰ ਤੁਸੀਂ ਥੋੜ੍ਹੀਆਂ ਜਿਹੀਆਂ ਉੱਚੀਆਂ ਬੱਕਰੀਆਂ ਰੱਖੀਆਂ, ਦੋਗਲੀਆਂ ਦੇ ਵਿੱਚ ਦੇਸੀ ਦੋਗਲੀਆਂ ਰੱਖੀਆਂ, ਉਹਦੇ ਵਿੱਚ ਬਹੁਤ ਜ਼ਰੂਰੀ, ਬੱਕਰੀ ਨੂੰ ਵੈਕਸੀਨੇਸ਼ਨ ਬਹੁਤ ਜ਼ਰੂਰੀ ਆ। 20 ਰੁਪਏ ਆ, ਕੋਈ ਖਰਚਾ ਨਹੀਂਗਾ, ਜਾਨਵਰ ਸਾਡਾ ਸੇਫ ਆ, ਟੈਨਸ਼ਨ ਫਰੀ ਆ। ਫਾਰਮਰ ਨੂੰ ਉਦੋਂ ਹੀ ਟੈਨਸ਼ਨ ਬਣਦੀ ਜਦੋਂ ਉਹਦੀ ਬੱਕਰੀ ਬਿਮਾਰ ਹੁੰਦੀ ਆ, ਉਦੋਂ ਨਹੀਂ ਟੈਨਸ਼ਨ ਬਣਦੀ। 100 ਵੱਧ ਖਾ ਜਾਵੇ, 50 ਵੱਧ ਖਾ ਜਾਵੇ, 200 ਵੱਧ ਖਾ ਜਾਵੇ, ਉਸ ਗੱਲ ਦੀ ਟੈਨਸ਼ਨ ਨਹੀਂ ਗੀ। ਲੇਕਿਨ ਜਦੋਂ ਡਾਕਟਰ ਘਰ ਵੜਦਾ ਹੈ ਨਾ ਬੱਕਰੀਆਂ ਲਈ, ਉਦੋਂ ਬੜੀ ਟੈਨਸ਼ਨ ਹੁੰਦੀ ਹੈ। ਤੇ ਅੱਲਾਹ ਤਾਲਾ ਤੁਹਾਡੇ ਤੇ ਮੇਰੇ ਮਾਲ ਨੂੰ ਤੰਦਰੁਸਤੀ ਦੇਵੇ। ਦੁਆ ਇਹੀ ਕਰਨੀ ਚਾਹੀਦੀ ਹੈ ਵੀ ਅੱਲਾਹ ਪਾਕ ਸਭ ਦੇ ਮਾਲ ਨੂੰ ਤੰਦਰੁਸਤੀ ਦੇਵੇ। ਸਾਨੂੰ ਇਹਨਾਂ ਡਾਕਟਰਾਂ ਦੇ ਪਿੱਛੇ ਨਾ ਭੱਜਣਾ ਪਵੇ, ਇਹਨਾਂ ਡਾਕਟਰਾਂ ਨੂੰ ਸਾਨੂੰ ਨਾ ਸੱਦਣਾ ਪਵੇ, ਸਾਨੂੰ ਇਹਨਾਂ ਡਾਕਟਰਾਂ ਤੱਕ ਅੱਲਾਹ ਕਰੇ ਲੋੜ ਪਵੇ ਹੀ ਨਾ, ਤਾਂ ਕਿ ਸਾਡੀਆਂ ਬੱਕਰੀਆਂ ਸੇਫ ਰਹਿਣ, ਸੁਥਰੀਆਂ ਰਹਿਣ। ਡਾਈਟ ਅੱਛੀ ਹੋਊਗੀ, ਬੱਕਰੀਆਂ ਦੁੱਧ ਵੀ ਜ਼ਿਆਦਾ ਦੇਣਗੀਆਂ। ਡਾਈਟ ਅੱਛੀ ਹੋਊਗੀ, ਬੱਕਰੀਆਂ ਬੱਚੇ ਵੀ ਜ਼ਿਆਦਾ ਦੇਣਗੀਆਂ। ਡਾਈਟ ਅੱਛੀ ਹੋਊਗੀ, ਬੱਕਰੀਆਂ ਕ੍ਰਾਸ ਵੀ ਛੇਤੀ ਹੋਣਗੀਆਂ। ਡਾਈਟ ਅੱਛੀ ਹੋਊਗੀ ਤਾਂ ਬੱਕਰੀਆਂ ਟੈਨਸ਼ਨ ਫਰੀ ਹੋ ਕੇ ਸੌਣਗੀਆਂ ਵੀ, ਉੱਠਣਗੀਆਂ ਵੀ, ਭੱਜਣ ਨੱਸਣਗੀਆਂ ਵੀ, ਸਭ ਕੁਛ ਹੀ ਆ। ਸਿਆਣੇ ਕਹਿੰਦੇ ਨਾ ਰੱਤ ਰਾਣੀ, ਬਸ ਇਹੀ ਗੱਲ ਆ ਵੀ ਰੱਤ ਰਾਣੀ ਹੁੰਦੀ ਹੈ ਜਿਹਦੇ ਵਿੱਚ ਰੱਤ ਆ। ਰੱਤ ਕਹਿੰਦੇ ਖੂਨ ਨੂੰ, ਜਿਹਦੇ ਵਿੱਚ ਖੂਨ ਆ, ਬਹਾਰਾਂ ਉਹਦੀਆਂ ਆ। ਮਾੜਾ ਬੰਦਾ ਜਿਹੜਾ ਮੇਰੇ ਵਰਗਾ, ਉਹ ਅਗਰ ਕੋਈ ਬੱਕਰੀ ਵੀ ਆ ਮਾੜੀ, ਉਹ ਫਿਰ ਇੱਦਾਂ ਹੀ ਬਸ ਮੰਗਵੇਂ ਸਾਹ ਲੈ ਕੇ ਤੇ ਬਸ ਠੀਕ ਹੈ, ਨਿਜ਼ਾਮ ਚਲਾਈ ਫਿਰਦੀ। ਜਦੋਂ ਅਟੈਕ ਆ ਗਿਆ ਤਾਂ ਬਸ ਉਹਦੀ ਕਹਾਣੀ ਖਤਮ ਆ। ਤੇ ਅੱਜ ਦੀ ਵੀਡੀਓ ਇੰਨੀ। ਜਿਸ ਮੇਰੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਵੀਰਾਂ ਤਾਈਂ ਪਹੁੰਚਦੀ ਰਹੇ।